हाँ जी, गुड मॉर्निंग। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਮੋਡੂਲੇਸ਼ਨ ਐਂਡ ਡੀਮੋਡੂਲੇਸ਼ਨ। ਇਹ ਤੁਸੀਂ ਪਹਿਲਾਂ ਵੀ ਚੈਪਟਰ ਪਲੱਸ 2 ਦੇ ਵਿੱਚ ਮਾੜੀ ਮੋਟੀ ਡੈਫੀਨੇਸ਼ਨ ਪੜ੍ਹੀ ਹੋਣੀ ਹੈ ਵੀ ਮੋਡੂਲੇਸ਼ਨ ਕੀ ਹੁੰਦੀ ਹੈ, ਡੀਮੋਡੂਲੇਸ਼ਨ ਕੀ ਹੁੰਦੀ ਹੈ। ਇਹ 'ਚ ਦੋ ਤਰ੍ਹਾਂ ਦੀ ਵੇਵਸ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਕੈਰੀਅਰ ਵੇਵ, ਜਿਹਨਾਂ ਦੀ ਫ੍ਰੀਕੁਐਂਸੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਐਂਪਲੀਟਿਊਡ ਸੇਮ ਹੁੰਦਾ, ਠੀਕ ਹੈ, ਇਸ ਸੇਮ ਐਂਪਲੀਟਿਊਡ ਹੁੰਦਾ, ਠੀਕ ਹੈ, ਤੇ ਇਹਦੀ ਫ੍ਰੀਕੁਐਂਸੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਇੱਕ ਹੁੰਦੀ ਹੈ ਸਿਗਨਲ ਵੇਵਸ, ਜਿਹਨਾਂ ਦੀ ਫ੍ਰੀਕੁਐਂਸੀ ਬਹੁਤ ਲੋ ਹੁੰਦੀ ਹੈ। ਜਿਹੜੀ ਸਿਗਨਲ ਵੇਵਸ ਨੇ ਜਿਹਨਾਂ ਦੀ ਫ੍ਰੀਕੁਐਂਸੀ ਬਹੁਤ ਘੱਟ ਹੁੰਦੀ ਹੈ, ਉਹਨਾਂ ਨੂੰ ਆਪਾਂ ਜ਼ਿਆਦਾ ਦੂਰ ਤੱਕ ਟਰਾਂਸਮਿਟ ਨਹੀਂ ਕਰ ਸਕਦੇ, ਠੀਕ ਹੈ। ਜਿਵੇਂ ਮੈਂ ਬੋਲ ਰਿਹਾ, ਇਹਦੀ ਫ੍ਰੀਕੁਐਂਸੀ ਬਹੁਤ ਲੋ ਹੈ, ਇਹ ਸਿਰਫ ਇੱਕ ਰੂਮ ਦੇ ਵਿੱਚ ਸੁਣ ਸਕਦੀ ਹੈ, ਠੀਕ ਹੈ। ਜੇ ਮੈਂ ਉਹਨੂੰ ਕਿਸੇ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰਾਂਸਮਿਟ ਕਰਨਾ, ਜਿਵੇਂ ਮੈਂ ਹੁਣ ਇਸ ਟਾਈਮ ਲੈਕਚਰ ਦੇ ਰਿਹਾ ਹਾਂ, ਤਾਂ ਠੀਕ ਹੈ, ਮੈंने ਇੰਟਰਨੈਟ ਦੇ ਥਰੂ ਜਿਹੜੀ ਆਪਣੀ ਆਵਾਜ਼ ਆ ਉਹਨੂੰ ਟਰਾਂਸਮਿਟ ਕਰ ਰਿਹਾ। ਇੱਕ ਕੈਰੀਅਰ ਵੇਵ ਹੋਗੀ, ਇੱਕ ਹੋਗੀ ਸਿਗਨਲ ਵੇਵ। ਉਹ ਤੁਹਾਡੇ ਕੋਲ ਜਾ ਕੇ ਕੈਰੀਅਰ ਵੇਵ ਲੱਗ ਹੋ ਜਾਂਦੀ ਹੈ, ਸਿਗਨਲ ਵੇਵ ਲੱਗ ਹੋ ਜਾਂਦੀ ਹੈ। ਕੈਰੀਅਰ ਵੇਵ ਦੀ ਆਪਾਂ ਨੂੰ ਲੋੜ ਨਹੀਂ ਪੈਂਦੀ, ਸਿਗਨਲ ਵੇਵ ਦੀ ਲੋੜ ਪੈਂਦੀ ਹੈ, ਜਿਹੜੀ ਆਪਾਂ ਆਵਾਜ਼ ਸੁਣ ਸਕਦੇ ਹਾਂ, ਚਾਹੇ ਆਡੀਓ ਚਾਹੇ ਵੀਡੀਓ। ਇਸ ਤਰ੍ਹਾਂ ਦੋ ਜਿਹੜੀਆਂ ਵੇਵਸ ਨੇ, ਜਦੋਂ ਉਹਨਾਂ ਨੂੰ ਇੱਕ ਦੂਜੇ ਨੂੰ ਸੁਪਰਇੰਪੋਜ਼ ਕੀਤਾ ਜਾਂਦਾ ਵਾ, ਕੈਰੀਅਰ ਵੇਵ ਨੂੰ, ਜਿਹੜੀ ਸਿਗਨਲ ਵੇਵ ਉਹਨੂੰ ਕੈਰੀਅਰ ਵੇਵ ਦੇ ਉੱਤੇ ਸੁਪਰਇੰਪੋਜ਼ ਕੀਤਾ ਜਾਂਦਾ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਮੋਡੂਲੇਸ਼ਨ। ਜਦੋਂ ਇਹ ਦੋਨਾਂ ਚੀਜ਼ਾਂ ਨੂੰ ਆਪਾਂ ਐਡ ਕੀਤਾ ਜਾਂਦਾ ਤਾਂ ਰਿਜ਼ਲਟੈਂਟ ਜਿਹੜੀ ਵੇਵ ਬਣ ਜਾਂਦੀ ਹੈ ਉਹ ਇਸ ਤਰ੍ਹਾਂ ਹੀ ਬਣਦੀ ਹੈ। ਇਹਦੇ ਵਿੱਚ ਨਾ ਕੈਰੀਅਰ ਵੇਵ ਦਾ ਜਿਹੜਾ ਐਂਪਲੀਟਿਊਡ ਹੈ ਇਸ ਤਰ੍ਹਾਂ ਵੇਰੀ ਕਰੂਗਾ, ਤੇ ਘਟ ਗਿਆ, ਫੇਰ ਵੱਧ ਗਿਆ, ਫੇਰ ਘਟ ਗਿਆ, ਆ ਚੀਜ਼, ਠੀਕ ਹੈ। ਇੱਦਾਂ ਮਤਲਬ ਜਿਹੜਾ ਕੈਰੀਅਰ ਵੇਵ ਦਾ ਜਿਹੜਾ ਐਂਪਲੀਟਿਊਡ ਆ ਸਿਗਨਲ ਵੇਵ ਦੇ ਅਕੋਰਡਿੰਗ ਹੀ ਵੇਰੀ ਕਰਨਾ ਸ਼ੁਰੂ ਕਰ ਦੂਗਾ, ਤਾਂ ਆਪਾਂ ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰਾਂਸਮਿਟ ਕਰ ਸਕਦੇ ਹਾਂ। ਇਹ ਜਦੋਂ ਆਪਾਂ ਇਹਨੂੰ ਦੂਜੇ ਨੂੰ ਸੁਪਰਇੰਪੋਜ਼ ਕਰਦੇ ਹਾਂ, ਉਹਨੂੰ ਮੈਂ ਕਹਿੰਦਾ ਮੋਡੂਲੇਸ਼ਨ। ਜਦੋਂ ਆਪਾਂ ਦੋਨਾਂ ਨੂੰ ਲੱਗ ਕਰਦੇ ਹਾਂ, ਹੁਣ ਆਹ ਦੋਨੇ ਮਿਕਸ ਨੇ, ਇਹਨਾਂ ਨੂੰ ਆਪਾਂ ਲੱਗ ਕੱਢਣਾ, ਸਿਗਨਲ ਵੇਵ ਲੱਗ ਕੱਢਣੀ ਹੈ, ਕੈਰੀਅਰ ਵੇਵ ਲੱਗ ਕੱਢਣੀ ਹੈ, ਤਾਂ ਆਪਾਂ ਨੂੰ ਕਹਾਂਗੇ ਡੀਮੋਡੂਲੇਸ਼ਨ। ਹੁਣ ਆਪਾਂ ਇਹ 'ਚ ਗੱਲ ਕਰਾਂਗੇ ਵੀ ਇਹਨਾਂ ਦੀ ਲੋੜ ਕਿਉਂ ਪਈ। ਉਹਦੀ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਆਹ ਛੋਟੀ ਜਿਹੀ ਐਗਜ਼ਾਮਪਲ ਆ, ਕਹਿੰਦਾ ਜਿਹੜੇ ਆਪਾਂ ਸਿਗਨਲ, ਜਿਹੜੀਆਂ ਆਪਣੇ ਆਡੀਓ ਸਿਗਨਲ ਜਿਹਨਾਂ ਨੂੰ ਆਪਾਂ ਸੁਣ ਸਕਦੇ ਹਾਂ, ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਆ ਉਹ ਲਾਈ ਕਰਦੀ ਆ 20 ਹਰਟਜ਼ ਤੋਂ ਲੈ ਕੇ 20 ਕਿਲੋ ਹਰਟਜ਼ ਤੱਕ, ਮਤਲਬ 20,000 ਤੱਕ ਹਰਟਜ਼ ਤੱਕ, ਠੀਕ ਹੈ। ਜੇ ਆਪਾਂ ਸਪੋਜ਼ ਕਰ ਲਈਏ ਕਿ ਨਾ ਵੀ ਆਪਾਂ ਫ੍ਰੀਕੁਐਂਸੀ ਜਿਹੜੀ ਹੈ ਕਿਸੇ ਵੇਵ ਦੀ, ਜਿਹੜਾ ਮੈਂ ਬੋਲ ਰਿਹਾ ਉਹਦੀ 20 ਹਰਟਜ਼ ਹੈ, ਤਾਂ ਉਹਦੀ ਵੇਵ ਲੈਂਥ ਕੱਢ ਲੈਣੀ ਹੈ। ਵੇਵ ਲੈਂਥ ਕੀ ਹੈ, c/λ ਆਪਣਾ ਨਿਊ ਦੇ ਵਿੱਚ ਲੱਭਾਂਗੇ। ਜੇ ਕੋਈ ਨਿਊ c/λ ਹੁੰਦਾ ਤਾਂ ਲੈਮਡਾ c/ਨਿਊ ਆ ਗਿਆ। ਹੁਣ c ਦੀ ਵੈਲੋਸਿਟੀ ਕਿੰਨੀ ਆਫ ਲਾਈਟ ਕਿੰਨੀ ਹੁੰਦੀ ਹੈ, 3 × 10⁸ ਮੀਟਰ ਪਰ ਸੈਕਿੰਡ, ਠੀਕ ਹੈ ਜੀ। ਡਿਵਾਈਡ ਬਾਈ 20 ਨਾਲ ਆਪਾਂ ਡਿਵਾਈਡ ਕਰਤਾ, तो करी फ्रिक्वेंसी 20 सी। जो आप डिवाइड किया, आप कैलकुलेट करके आया, तो अपने को चीज़ आ गई, ये बराबर ये आ गया 15,000 किलोमीटर, मतलब 15 × 10⁶ मीटर, दैट इज़ 15,000 किलोमीटर। हूँ जो आप फ्रिक्वेंसी पहले आप आ लत्ती 20 हर्ट्ज़, हम आप मैक्सिमम फ्रिक्वेंसी लैने भी इन्नी होंगी, जी चीज़ों आप सुन सकते हैं, उन्होंने फ्रिक्वेंसी 20 हर्ट्ज़ तो 20 किलो हर्ट्ज़ तक होंगी है। 20 हर्ट्ज़ तो घट भी आप सुन सकते, 20 किलो हर्ट्ज़ तो ज़्यादा जी फ्रिक्वेंसी वाले सिग्नल ने उन्होंने आप सुन नहीं सकते। हूँ आप मैक्सिमम जिन्नी आप सुन सकते हैं उन्होंने 20 हर्ट्ज़ किलो हर्ट्ज़ ले लिया। हूँ आप फ्रिक्वेंसी ले ली, तो आप वेव लेंथ कट ली। वेव लेंथ कितनी कटती, 15 किलोमीटर। हूँ एक गल का ध्यान रखना, जी वेव लेंथ है, जो एंटीना आप लाने, आप किसी भी घर के उत्ते लाने या टावर लाने, कुछ भी लाने है ना, वो जी हाइट है, जी उपर हाइट आ वाली, वो डायरैक्टली प्रोपोर्शनल टू लैम्डा के बराबर होती है। जिन्नी वेव लेंथ होगी उन्नी हाइट होगी, जिन्नी वेव लेंथ घट होगी उन्नी हाइट घट होगी। हूँ आप जो इस फार्मूले ना चलीए भी आप हाइट डायरैक्टली प्रोपोर्शनल मतलब इक्वल टू ही होगी, जो कॉन्सटेंट प्रोपोर्शनलिटी ला के चलीए, ये मतलब कि जी हाइट आ वो कि बराबर चाहिए है जिन्नी वेव लेंथ है। हूँ देखो ये देखो, जे फ्रिक्वेंसी आप लें 20 हर्ट्ज़ है, तो वही हाइट जी एंटीना की 15,000 किलोमीटर उच्चा चाहिए एंटीना। की पॉसीबल है? नहीं, 15,000 किलोमीटर उच्चा एंटीना चाहिए, नहीं पॉसीबल। जे आप मैक्सिमम भी ले लें 20 किलो हर्ट्ज़ लें, तो जी एंटीना की हाइट चाहिए 15 किलोमीटर, ठीक है। कभी आप जो पुराने जमाने टीवी होंगे से एंटीने लगे होते, या हूँ अज अपने घर डिश टीवी लगे होने, कि उन्होंने हाइट जी उच्ची उचाई है वो 15,000 किलोमीटर हैगी है, या 15 किलोमीटर नहीं हैगी ना, वो तो सिर्फ छोटे छोटे होंगे ने। इस करके अपन की किया, जो देखो एक गल ये चीज़ तो पता लग गया भी जो हाइट अपनी जी फ्रिक्वेंसी है बढ़ती है, तो हाइट घटती जाती है। देखो पहले हाइट फ्रिक्वेंसी सी 20, हाइट 15,000 सी, हूँ हाइट अपनी फ्रिक्वेंसी रही 20 किलो हर्ट्ज़ 20,000, तो हाइट 15 किलोमीटर आ गई। यदा मतलब है जो आप हूँ जी फ्रिक्वेंसी है कैरियर वेव लैनी है, आप एक जी फ्रिक्वेंसी की नहीं है 1 मेगा हर्ट्ज़ है, 1 मेगा हर्ट्ज़ 10⁶ हर्ट्ज़, ठीक है जी। तो लैम्डा इक्वल टू c/न्यू के बराबर आ गया, c इज इक्वल टू 3 × 10⁸ दिस वन आ गया, ठीक है। इन्हों आप जो कैलकुलेट किया तो अपने 300 मीटर आ गया, 300 मीटर का आप एंटीना ला सकते हैं। यदा मतलब की है जे हूँ, पर हूँ गल ये इतने ये होंगी है भी जी 1 मेगा हर्ट्ज़ उन्होंने आप सुन नहीं सकते, तो आप की करेंगे 1 मेगा हर्ट्ज़ वाली एक कैरियर वेव लवांगे, जी फ्रिक्वेंसी बहुत हाई है,
सॉरी मित्रों ना एंपलीट्यूड सेम नहीं पैंदा माउस ना, मतलब ਇਹਦਾ एंपलीट्यूड सेम आ पर ਜਿਹੜੀ ਫ੍ਰੀਕੁਐਂਸੀ ਆ ਉੱਪਰ ਨੂੰ ਵਾਈਬ੍ਰੇਸ਼ਨ ਕਰਨ ਦੀ ਉਹ ਬਹੁਤ ਜ਼ਿਆਦਾ ਹਾਈ ਹੈ। ਇੱਕ ਹੈਗੀ ਸਿਗਨਲ ਵੇਵ ਜਿਹਦੀ ਫ੍ਰੀਕੁਐਂਸੀ ਘੱਟ ਆ, ਇਹਨੂੰ ਆਪਾਂ ਇਹਦੇ ਉੱਤੇ ਸੁਪਰਇੰਪੋਜ਼ ਕਰ ਦਾਂਗੇ, ਇਹ ਉਹਨੂੰ ਲੈ ਕੇ ਜਾ ਕੇ ਕੈਰੀਅਰ ਵੇਵ ਕਰਕੇ ਲੈ ਕੇ ਜਾਊਗੀ। ਕੈਰੀਅਰ ਵੇਵ ਇਸ ਕਰਕੇ ਕਹਿੰਦੇ ਕਿਉਂਕਿ ਇਹ ਕੈਰੀ ਕਰਕੇ ਲੈ ਕੇ ਜਾਂਦੀ ਹੈ ਸਿਗਨਲ ਨੂੰ। ਤਾਂ ਇਹਦੇ ਨਾਲ ਕੀ ਹੈ, ਜਦੋਂ ਦੀ ਫ੍ਰੀਕੁਐਂਸੀ 1 ਮੈਗਾਹਰਟਜ਼ ਹੋਊਗੀ ਤਾਂ ਐਂਟੀਨਾ ਦੀ ਹਾਈਟ ਆਪਣੀ ਬਹੁਤ ਘੱਟ ਜੂਗੀ ਤੇ ਇਹਨੂੰ ਦੂਰ ਤੱਕ ਆਪਾਂ ਟਰਾਂਸਮਿਟ ਕਰ ਸਕਦੇ, ਜਿਵੇਂ ਮਾਈਕ੍ਰੋਵੇਵ ਹੋ ਗਏ, ਰੇਡੀਓ ਵੇਵਸ ਹੋ ਗਈਆਂ, ਠੀਕ ਹੈ। ਇਹ ਸਾਰੀਆਂ ਵੇਵਸ ਜਿਹੜੀਆਂ ਨੇ ਇੱਕ ਇਹਨਾਂ ਦੀ ਫ੍ਰੀਕੁਐਂਸੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਠੀਕ ਹੈ। ਹੁਣ ਇਸ ਤੋਂ ਆਪਾਂ ਪੜ੍ਹਨਾ ਵਾ ਜਿਹੜੀ ਟਾਈਪ ਆਫ ਮੋਡੂਲੇਸ਼ਨ ਨੇ ਤੇ ਡੀਮੋਡੂਲੇਸ਼ਨ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਠੀਕ ਹੈ ਜੀ। ਹੁਣ ਦੋ ਤਰ੍ਹਾਂ ਦੀ ਤਿੰਨ ਤਰ੍ਹਾਂ ਦੀ ਮੋਡੂਲੇਸ਼ਨ ਹੁੰਦੀ ਹੈ, ਐਂਪਲੀਟਿਊਡ ਮੋਡੂਲੇਸ਼ਨ, ਫ੍ਰੀਕੁਐਂਸੀ ਮੋਡੂਲੇਸ਼ਨ ਐਂਡ ਫੇਸ ਮੋਡੂਲੇਸ਼ਨ। ਆਪਣੇ ਸਿਲੇਬਸ ਦੇ ਵਿੱਚ ਸਿਰਫ ਇਹਨਾਂ ਤਿੰਨ ਡੈਫੀਨੇਸ਼ਨ ਜ਼ਰੂਰ ਪੜ੍ਹ ਲਾਂਗੇ ਆਪਾਂ, ਫ੍ਰੀਕੁਐਂਸੀ ਮੋਡੂਲੇਸ਼ਨ ਤੇ ਫੇਸ ਮੋਡੂਲੇਸ਼ਨ ਦੀ, ਪਰ ਐਂਪਲੀਟਿਊਡ ਮੋਡੂਲੇਸ਼ਨ ਆਪਣੇ ਸਿਲੇਬਸ ਦੇ ਵਿੱਚ ਹੈਗਾ ਵਾ, ਇਹ ਦੋਨੇ ਨਹੀਂ ਹੈਗੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਹੁਣ ਇਹਨਾਂ ਨੂੰ ਅੱਗੇ ਡਿਫਰੈਂਸ਼ੀਏਟ ਕਰਦੇ ਹਾਂ ਵੀ ਕਿਵੇਂ ਮੋਡੂਲੇਸ਼ਨ ਹੁੰਦੀ ਹੈ। ਹੁਣ ਐਂਪਲੀਟਿਊਡ ਮੋਡੂਲੇਸ਼ਨ ਦੇ ਵਿੱਚ ਕੀ ਹੈ, ਆ ਆਪਣੇ ਕੋਲ ਸਿਗਨਲ ਵੇਵ ਹੈ, ਪਹਿਲੇ ਦੇਖੋ ਧਿਆਨ ਨਾਲ, ਆਹ ਵਾ ਸਿਗਨਲ ਵੇਵ ਪਹਿਲੇ ਨੰਬਰ ਤੇ ਜਿਹੜੀ ਆਪਾਂ ਟਰਾਂਸਮਿਟ ਕਰਨੀ, ਆਹੀ ਹੈ ਕੈਰੀਅਰ ਵੇਵ। ਇਹਦੀ ਦੇਖੋ ਇਹਦੀ ਫ੍ਰੀਕੁਐਂਸੀ ਹੌਲੀ ਹੌਲੀ ਉੱਪਰ ਨਹੀਂ ਜਾਂਦੀ ਹੈ, ਬਹੁਤ ਤੇਜ਼ ਉੱਪਰ ਨਹੀਂ ਜਾਂਦੀ ਹੈ, ਪਰ ਇਹਦਾ ਐਂਪਲੀਟਿਊਡ ਕੀ ਸੇਮ ਹੈ, ਦੇਖੋ ਆਹ ਚੀਜ਼ ਹੈ। ਹੁਣ ਜਦੋਂ ਆਪਾਂ ਇਹਨੂੰ ਸੁਪਰ ਇੰਪੋਜ਼ ਕਰਾਂਗੇ ਤਾਂ ਇਹਦਾ ਐਂਪਲੀਟਿਊਡ ਆ ਇਹਦੇ ਅਕੋਰਡਿੰਗ ਵੇਰੀ ਕਰੂਗਾ, ਦੇਖੋ ਆਹ ਦੇਖੋ ਜਿੱਥੇ ਜ਼ਿਆਦਾ ਸੀਗਾ ਉੱਥੇ ਜ਼ਿਆਦਾ ਹੋ ਗਿਆ ਐਂਪਲੀਟਿਊਡ, ਜਿੱਥੇ ਦਾ ਘੱਟ ਸੀ ਉੱਥੇ ਘੱਟ ਗਿਆ, ਫੇਰ ਵੱਧ ਗਿਆ, ਫੇਰ ਘੱਟ ਗਿਆ। ਇਸ ਤਰ੍ਹਾਂ ਕੈਰੀਅਰ ਵੇਵ ਵਿੱਚ ਰਹੇਗੀ, ਆਹ ਸਿਗਨਲ ਵੇਵ। ਇਹਨੂੰ ਆਪਾਂ ਕਹਿੰਦੇ ਹਾਂ ਮੋਡੂਲੇਸ਼ਨ, ਐਂਪਲੀਟਿਊਡ ਮੋਡੂਲੇਸ਼ਨ। ਕਿਉਂ? ਕਿਉਂਕਿ ਜਿਹੜਾ ਇਹਦਾ ਐਂਪਲੀਟਿਊਡ ਆ ਕੈਰੀਅਰ ਵੇਵ ਦਾ ਉਹ ਮੋਡੀਫਾਈ ਹੋ ਗਿਆ ਅਕੋਰਡਿੰਗ ਟੂ ਦਾ ਸਿਗਨਲ। ਅੱਛਾ, ਜੇ ਹੁਣ ਆਪਾਂ ਇਹ 'ਚ ਫ੍ਰੀਕੁਐਂਸੀ ਮੋਡੀਫਾਈ ਹੁੰਦੀ, ਫ੍ਰੀਕੁਐਂਸੀ ਇੱਥੇ ਵੱਧ ਗਈ, ਇੱਥੇ ਘੱਟ ਗਈ, ਇੱਥੇ ਵੱਧ ਗਈ, ਇੱਥੇ ਘੱਟ ਗਈ, ਤਾਂ ਆਪਾਂ ਇਹਨੂੰ ਕੀ ਕਹਿਣਾ ਸੀਗਾ, ਫ੍ਰੀਕੁਐਂਸੀ ਮੋਡੂਲੇਸ਼ਨ, ਠੀਕ ਹੈ। ਫੋਨ ਆ ਗਿਆ ਸੀਗਾ। ਉਸ ਤੋਂ ਬਾਅਦ ਦੇਖੋ ਹੁਣ ਆਪਾਂ ਅੱਗੇ ਚੱਲਦੇ ਹਾਂ, ਇਹ ਸਾਰਾ ਕੁਝ ਦੱਸਿਆ ਹੈ। ਕਹਿੰਦੇ ਐਂਪਲੀਟਿਊਡ ਮੋਡੂਲੇਸ਼ਨ ਐਂਪਲੀਟਿਊਡ ਆਫ ਕੈਰੀਅਰ ਵੇਵ ਆ ਚੇਂਜ ਕਰਦਾ ਵਾ ਅਕੋਰਡਿੰਗ ਟੂ ਦਾ ਇੰਟੈਂਸਿਟੀ ਆਫ ਸਿਗਨਲ ਐਂਡ ਐਂਪਲੀਟਿਊਡ ਵੇਰੀਏਸ਼ਨ ਆਫ ਦਾ ਕੈਰੀਅਰ ਵੇਵ ਇਜ਼ ਐਟ ਦਾ ਸਿਗਨਲ ਫ੍ਰੀਕੁਐਂਸੀ ਨਾਲ ਵੇਰੀ ਕਰਦਾ। ਉਸ ਤੋਂ ਬਾਅਦ ਜਿਹੜੀ ਫ੍ਰੀਕੁਐਂਸੀ ਆਫ ਦਾ ਐਂਪਲੀਟਿਊਡ ਮੋਡੂਲੇਟਡ ਵੇਵ ਆ ਰਿਮੇਨ ਸੇਮ ਐਜ਼ ਦਾ ਕੈਰੀਅਰ ਫ੍ਰੀਕੁਐਂਸੀ। ਜਿਹੜੀ ਆਪਾਂ ਆਹ ਮੋਡੂਲੇਟਡ ਵੇਵ ਦੀ ਫ੍ਰੀਕੁਐਂਸੀ ਹੈ ਉਹ ਸੇਮ ਰਹਿੰਦੀ ਹੈ ਕੈਰੀਅਰ ਫ੍ਰੀਕੁਐਂਸੀ ਨਾਲ, ਠੀਕ ਹੈ। ਅੱਗੇ ਆ ਗਿਆ ਮੋਡੂਲੇਸ਼ਨ ਫੈਕਟਰ। ਉਹ ਕੀ ਹੁੰਦਾ? ਮੋਡੂਲੇਸ਼ਨ ਫੈਕਟਰ ਕੀ ਹੈ? ਕਹਿੰਦਾ ਰੇਸ਼ੋ ਆਫ ਦਾ ਚੇਂਜ ਇਨ ਦਾ ਐਂਪਲੀਟਿਊਡ ਆਫ ਦਾ ਕੈਰੀਅਰ ਵੇਵ ਟੂ ਦਾ ਐਂਪਲੀਟਿਊਡ ਆਫ ਨਾਰਮਲ ਕੈਰੀਅਰ ਵੇਵ। ਜਿਹੜੀ ਨਾਰਮਲ ਕੈਰੀਅਰ ਵੇਵ ਸੀ ਉਹਦਾ ਐਂਪਲੀਟਿਊਡ ਕਿੰਨਾ ਸੀਗਾ, ਜਿਹੜਾ ਚੇਂਜ ਹੋਇਆ ਐਂਪਲੀਟਿਊਡ ਉਹਦਾ ਕੈਰੀਅਰ ਵੇਵ ਦਾ ਉਹ ਕਿੰਨਾ ਹੋਇਆ, ਉਹਨਾਂ ਦੋਨੇ ਜਿਹੜੀ ਰੇਸ਼ੋ ਆ ਉਹਨੂੰ ਆਪਾਂ ਕਹਿੰਦੇ ਮੋਡੂਲੇਸ਼ਨ ਫੈਕਟਰ। ਹੁਣ ਦੇਖੋ ਕਹਿੰਦਾ ਜਦੋਂ ਸਿਗਨਲ ਦੀ ਜਿਹੜਾ ਐਂਪਲੀਟਿਊਡ 0 ਆ, ਸਪੋਜ਼ ਕਰ ਲਓ ਆਪਾਂ ਸਿਗਨਲ ਦਾ ਐਂਪਲੀਟਿਊਡ 0 ਲੈਂਦੇ ਹਾਂ, ਤਾਂ ਕੈਰੀਅਰ ਵੇਵ ਮੋਡੂਲੇਟ ਹੋਊਗੀ? ਨਹੀਂ ਹੋਊਗੀ, ਕਿਉਂਕਿ ਜੇ ਐਂਪਲੀਟਿਊਡ ਨਹੀਂ ਹੈਗਾ ਸਿਗਨਲ ਦਾ ਤਾਂ ਕੈਰੀਅਰ ਵੇਵ ਦੀ ਜਿਹੜੀ ਮੋਡੂਲੇਸ਼ਨ ਹੋਣੀ ਨਹੀਂ ਹੈਗੀ। ਤਾਂ ਆਪਾਂ ਕੀ ਕੀਤਾ, ਚੇਂਜ ਇਨ ਐਂਪਲੀਟਿਊਡ ਆਫ ਕੈਰੀਅਰ ਵੇਵ ਕਿੰਨਾ ਹੋ ਗਿਆ? 0। ਤਾਂ ਐਂਪਲੀਟਿਊਡ ਆਫ ਨਾਰਮਲ ਕੈਰੀਅਰ ਵੇਵ ਦਾ ਆਪਾਂ ਸਪੋਜ਼ ਕਰ ਲਿਆ A ਹੈ, ਤਾਂ ਮੋਡੂਲੇਸ਼ਨ ਫੈਕਟਰ ਕਿੰਨਾ ਹੋ ਗਿਆ? ਚੇਂਜ ਇਨ ਐਂਪਲੀਟਿਊਡ 0, ਕਿਉਂਕਿ ਚੇਂਜ ਹੀ ਨਹੀਂ ਹੋਇਆ ਤਾਂ ਡਿਵਾਈਡ ਬਾਈ A, ਤਾਂ 0% ਹੈ ਮੋਡੂਲੇਸ਼ਨ ਫੈਕਟਰ 0 ਹੋ ਗਿਆ। ਮਤਲਬ ਕੈਰੀਅਰ ਵੇਵ ਮੋਡੂਲੇਟ ਨਹੀਂ ਹੋਈ, ਮਤਲਬ ਜਿਵੇਂ ਸੀਗੀ ਕੈਰੀਅਰ ਵੇਵ ਉੱਦਾਂ ਹੀ ਵਾਪਸ ਆ ਜਾਊ, ਕਿਉਂਕਿ ਇੱਥੇ ਸਿਗਨਲ ਦਿੱਤਾ ਹੀ ਨਹੀਂ ਆਪਾਂ ਨੇ, ਠੀਕ ਹੈ। ਉਸ ਤੋਂ ਬਾਅਦ ਦੂਜੇ ਨੰਬਰ ਤੇ ਆਪਣੇ ਕੋਲ ਹੈਗਾ ਵਾ ਜਦੋਂ ਸਿਗਨਲ ਐਂਪਲੀਟਿਊਡ ਆ ਇਕੁਅਲ ਟੂ ਦਾ ਕੈਰੀਅਰ ਐਂਪਲੀਟਿਊਡ। ਜਿਹੜਾ ਸਿਗਨਲ ਐਂਪਲੀਟਿਊਡ ਆ ਵੇਵ ਆ ਉਹ ਜਿਹੜਾ ਐਂਪਲੀਟਿਊਡ ਆ ਉਹ ਕੈਰੀਅਰ ਵੇਵ ਦੇ ਬਰਾਬਰ ਹੋਵੇ ਤਾਂ ਕੀ ਹੋਊਗਾ? ਇੱਕ ਵਾਰ ਤਾਂ ਦੇਖੋ ਆ ਦੇਖੋ ਜਦੋਂ ਇਹਦਾ ਐਂਪਲੀਟਿਊਡ ਇਹਦੇ ਬਰਾਬਰ ਆ, ਇੱਕ ਵਾਰ ਤਾਂ ਹੋ ਜਾਊਗਾ 2A, ਇੱਥੇ ਤਾਂ 2A ਹੋ ਜੂ, ਇੱਥੇ A ਹੋ ਜੂ, ਫਿਰ 2A ਹੋ ਜੂ, ਇੱਥੇ A ਹੈ ਨਾ, ਇੱਦਾਂ ਵੇਰੀ ਕਰੂਗਾ 2A ਤੋਂ ਲੈ ਕੇ A ਤੱਕ, 0 ਤੱਕ ਸੌਰੀ। ਤਾਂ ਐਂਪਲੀਟਿਊਡ ਕਿੰਨਾ ਵੇਰੀ ਕੀਤਾ 2A ਤੋਂ ਲੈ ਕੇ A ਤੱਕ, ਤਾਂ 2A ਮਾਈਨਸ A, ਚੇਂਜ ਇਨ ਐਂਪਲੀਟਿਊਡ ਕਿੰਨਾ ਆ ਗਿਆ A, ਤਾਂ ਮੋਡੂਲੇਸ਼ਨ ਫੈਕਟਰ ਕਿੰਨਾ ਆ ਗਿਆ? ਜਿੰਨਾ ਕੈਰੀ ਵੇਵ ਦਾ ਚੇਂਜ ਇਨ ਐਂਪਲੀਟਿਊਡ ਸੀਗਾ ਡਿਵਾਈਡ ਬਾਈ ਨਾਰਮਲ ਕੈਰੀਅਰ ਵੇਵ ਦਾ ਐਂਪਲੀਟਿਊਡ ਕਿੰਨਾ, ਤਾਂ ਕਿੰਨਾ ਆ ਗਿਆ? A ਡਿਵਾਈਡ ਬਾਈ A, ਦੈਟ ਇਜ਼ ਜਿਹੜੀ ਹੈ ਮੋਡੂਲੇਸ਼ਨ ਫੈਕਟਰ ਕਿੰਨਾ ਆ ਗਿਆ? 1, ਦੈਟ ਇਜ਼ 100% ਮੋਡੂਲੇਸ਼ਨ ਜਦੋਂ ਕੀ ਹੋਵੇ ਐਂਪਲੀਟਿਊਡ ਦਾ ਸਿਗਨਲ ਵੇਵ ਆ ਇਜ਼ ਇਕੁਅਲ ਟੂ ਹੋਵੇ ਕੈਰੀਅਰ ਵੇਵ ਦੇ ਬਰਾਬਰ, ਠੀਕ ਹੈ। ਉਸ ਤੋਂ ਬਾਅਦ ਆਪਾਂ ਅਗਲਾ ਕਰਦੇ ਹਾਂ, ਆ ਦਿੱਤੇ हैं ਸਾਰੀਆਂ ਕੇਸ। ਪਹਿਲਾ ਸੀਗਾ ਜਦੋਂ ਸਿਗਨਲ ਨੋ ਸਿਗਨਲ ਆ ਤਾਂ ਕੈਰੀ ਵੇਵ ਉੱਦਾਂ ਹੀ ਆ ਗਈ। ਜਦੋਂ ਸਿਗਨਲ ਐਂਪਲੀਟਿਊਡ A ਹੈ ਤਾਂ ਇਹਦਾ ਜਿਹੜਾ ਐਂਪਲੀਟਿਊਡ ਵੇਰੀ ਕਰੂਗਾ 2A ਤੋਂ ਲੈ ਕੇ 0 ਤੱਕ, ਤਾਂ 2A ਤੋਂ ਲੈ ਕੇ ਆਪਾਂ A ਤੱਕ ਆਪਾਂ ਚੇਂਜ ਇਨ ਐਂਪਲੀਟਿਊਡ ਕੱਢ ਲਿਆ। ਹੁਣ ਕਹਿੰਦਾ ਤੀਸਰਾ ਕੇਸ ਕੀ ਹੈ? ਜਦੋਂ ਕਹਿੰਦਾ ਐਂਪਲੀਟਿਊਡ ਆਫ ਸਿਗਨਲ ਵੇਵ ਹਾਫ ਆਫ ਦਾ ਕੈਰੀ ਵੇਵ ਹੋਵੇ, ਕੈਰੀ ਵੇਵ ਤਾਂ ਹਾਫ ਹੋਵੇ, ਤਾਂ ਜਿਹੜਾ ਐਂਪਲੀਟਿਊਡ ਵੇਰੀ ਕਰੂਗਾ 1.5A ਤੋਂ ਲੈ ਕੇ 0.5A ਤੱਕ, ਤਾਂ ਚੇਂਜ ਇਨ ਐਂਪਲੀਟਿਊਡ 0.5%।
ਤਾਂ ਇਹਦੇ ਵਿੱਚ 50% ਚੇਂਜ ਇਨ ਐਂਪਲੀਟਿਊਡ ਡਿਵਾਈਡ ਬਾਈ ਓਰੀਜਨਲ ਇਹਨੇ ਕੱਟਿਆ ਗਿਆ ਤਾਂ 50% ਮੋਡੂਲੇਸ਼ਨ ਹੋਊਗੀ। ਜਦੋਂ ਕਹਿੰਦਾ ਜਿਹੜਾ ਸਿਗਨਲ ਐਂਪਲੀਟਿਊਡ 1.5 ਟਾਈਮਸ ਹੋਵੇ ਕੈਰੀ ਐਂਪਲੀਟਿਊਡ ਤਾਂ ਚੇਂਜ ਇਨ ਐਂਪਲੀਟਿਊਡ 2.5 A ਮਾਈਨਸ A ਜਿਹੜੀ 1.5 A ਤਾਂ ਮੋਡੂਲੇਸ਼ਨ ਫੈਕਟਰ ਕਿੰਨਾ ਹੋ ਗਿਆ 1.5 A ਡਿਵਾਈਡ ਬਾਈ A ਤਾਂ 150% ਹੋ ਗਿਆ। ਹੁਣ ਇੰਪੋਰਟੈਂਸ ਕੀ ਹੈ? ਇੰਪੋਰਟੈਂਸ ਇਹ ਹੈ ਵੀ ਆਪਾਂ ਨੂੰ ਤਾਂ ਇਹਦਾ ਪਤਾ ਲੱਗਦਾ ਵਾ ਵੀ ਜਿਹੜੀ ਆਪਣੀ ਮੋਡੂਲੇਸ਼ਨ ਓਵਰ ਮੋਡੂਲੇਟ ਹੋਈ ਹੈ ਵੇਵ ਜਾਂ ਸਿੰਪਲ ਮੋਡੂਲੇਸ਼ਨ ਹੋਈ ਹੈ, ਕਿੰਨੇ % ਮੋਡੂਲੇਸ਼ਨ ਚਾਹੀਦੀ ਆਪਾਂ ਨੂੰ, ਕਿੰਨੀ ਨਹੀਂ ਚਾਹੀਦੀ, ਉਹ ਜਿਹੜੀ ਆਪਣੀ ਜਿਹੜੀ ਪਤਾ ਚੱਲਦਾ ਵਾ ਉਹ ਮੋਡੂਲੇਸ਼ਨ ਫੈਕਟਰ ਤੋਂ ਪਤਾ ਲੱਗ ਜਾਂਦਾ। ਠੀਕ ਹੈ, ਜਿਵੇਂ ਹੁਣ MA ਦੀ ਵੈਲਿਊ ਜ਼ਿਆਦਾ ਗ੍ਰੇਟਰ ਦੈਨ 1 ਆ ਤਾਂ ਓਵਰ ਮੋਡੂਲੇਟ ਆ। ਠੀਕ ਹੈ, ਲੈਸ ਦੈਨ 1 ਆ ਤਾਂ ਲੈਸ ਮੋਡੂਲੇਟ ਆ, ਇਕੁਅਲ ਟੂ 1 ਆ ਤਾਂ ਸਟਰੋਂਗਲੀ ਮੋਡੂਲੇਟ। ਠੀਕ ਹੈ, ਅਗਰ ਡਿਗਰੀ ਆਫ ਮੋਡੂਲੇਸ਼ਨ ਕਦੇ ਵੀ ਐਕਸੀਡ ਨਹੀਂ ਹੋਣੀ ਚਾਹੀਦੀ 100%। ਅੱਗੇ ਐਨਾਲਿਸਿਸ ਆਫ ਮੋਡੂਲੇਟਡ ਵੇਵ ਹੁਣ ਜਿਹੜੀ ਐਂਪਲੀਟਿਊਡ ਮੋਡੂਲੇਸ਼ਨ ਦੇ ਵਿੱਚ ਆਪਾਂ ਉਹਦੀ ਐਨਾਲਾਈਜ਼ ਕਰਨੀ ਹੈ। ਹੁਣ ਐਂਪਲੀਟਿਊਡ ਮੋਡੂਲੇਸ਼ਨ ਦੇ ਵਿੱਚ ਕੀ ਹੁੰਦਾ, ਜਿਹੜਾ ਐਂਪਲੀਟਿਊਡ ਦਾ ਕੈਰੀਅਰ ਵੇਵ ਆ ਉਹ ਵੇਰੀ ਕਰਦਾ ਅਕੋਰਡੈਂਸ ਵਿਦ ਦਾ ਕਿਵੇਂ ਮੋਡੂਲੇਟ ਸਿਗਨਲ, ਜਿਹੜਾ ਆਪਾਂ ਸਿਗਨਲ ਦਿੱਤਾ ਉਹਦੇ ਅਕੋਰਡਿੰਗ ਹੀ ਜਿਹੜਾ ਕੈਰੀਅਰ ਵੇਵ ਦਾ ਜਿਹੜਾ ਐਂਪਲੀਟਿਊਡ ਹੈ ਉਹ ਵੇਰੀ ਕਰ ਲੈਣਾ। ਹੁਣ ਆਪਾਂ ਅੱਗੇ ਦੇਖਦੇ ਕਿਵੇਂ ਵੇਰੀ ਕਰਦਾ। ਦੇਖੋ ਡਾਇਗਰਾਮ 'ਚ ਆ ਕੈਰੀਅਰ ਵੇਵ ਸੀਗੀ, ਇੱਥੋਂ ਤੱਕ E ਸਿਗਨਲ ਦਿੱਤਾ ਸੀਗਾ, ਆ EM ਮੋਡੂਲੇਟ ਵੇਵ ਦਾ ਹੋ ਗਿਆ, ਇਸ ਤਰ੍ਹਾਂ ਉੱਪਰ ਵੇਰੀ ਕਰਦਾ। ਠੀਕ ਹੈ, ਹੁਣ ਆਪਾਂ ਨੂੰ ਪਤਾ ਦੋ ਤਰ੍ਹਾਂ ਦੀਆਂ ਇਹਦੇ ਵੇਵਸ ਨੇ, ਇੱਕ ਨੂੰ ਨਾਮ ਦਾ E ਕੈਰੀਅਰ ਵੇਵ ਲੱਗੀ C omega C into T ਸਾਈਨ ਆਫ omega C into T ਆ ਗਿਆ, ਇੱਕ EM ਆ ਗਿਆ। EM ਕੀ ਹੈ? ਮੋਡੂਲੇਟ। ਠੀਕ ਹੈ, ਜਿਹੜੀ ਆਪਾਂ ਸਿਗਨਲ ਦਿੱਤਾ ਮੋਡੂਲੇਟ ਕਰਨਾ, ਜਿਹੜੀ EM ਇਕੁਅਲ ਸਾਈਨ ਆਫ EM ਕੈਪੀਟਲ ਸਾਈਨ ਆਫ omega M into ਇਹ ਤੁਸੀਂ ਫਸਟ ਈਅਰ 'ਚ ਪੜ੍ਹੇ ਹੋਇਆ ਜਿਵੇਂ ਆਪਾਂ ਵੇਵ ਲਿਖ ਦਿੰਦੇ ਹਾਂ। ਠੀਕ ਹੈ, ਹੁਣ ਇਹਨੂੰ ਪਤਾ ਵੀ ਜਿਹੜਾ ਐਂਪਲੀਟਿਊਡ ਦਾ ਮੋਡੂਲੇਟ ਕੈਰੀਅਰ ਵੇਵ ਜਿਹੜਾ ਆਊਗਾ ਉਹ ਕਿਹਦੇ ਬਰਾਬਰ ਹੋਊਗਾ? ET ਇਕੁਅਲ ਮਾਈਨਸ EC ਇਕੁਅਲ ਡਾਇਰੈਕਟਲੀ ਪ੍ਰੋਪੋਰਸ਼ਨ ਟੂ EM। ET ਜਿਹੜਾ ਆਪਣੇ ਕੋਲ ਆ ਗਿਆ ਟੋਟਲ ਐਂਪਲੀਟਿਊਡ ਮਾਈਨਸ ਉਹ 'ਚ ਕੈਰੀਅਰ ਵੇਵ ਦਾ ਆਪਾਂ ਐਂਪਲੀਟਿਊਡ ਘਟਾਤਾ, ਉਹ ਡਾਇਰੈਕਟਲੀ ਪ੍ਰੋਪੋਰਸ਼ਨ ਟੂ ਕਿਹਦੇ ਬਰਾਬਰ ਹੋਊਗਾ? ਜਿੰਨਾ ਆਪਾਂ ਜਿਹੜਾ ਇਨਪੁਟ ਸਿਗਨਲ ਦਿੱਤਾ ਮੋਡੂਲੇਟ। ਠੀਕ ਹੈ, ਇੱਥੇ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਦਾ ਤਾਂ KA ਆ ਗਿਆ। ਉਸ ਤੋਂ ਬਾਅਦ ਆਪਾਂ EM ਦੀ ਵੈਲਿਊ ਆਪਾਂ ਇੱਥੋਂ ਚੱਕ ਕੇ ਪੁੱਟ ਕਰਤੀ, ਮੈਂ ਮਾਰਕਰ ਵੀ ਲੈ ਲੈਣ ਨਾਲੇ ਇੱਥੋਂ ਚੱਕ ਕੇ ਪੁੱਟ ਕਰਤੀ, ਆਹ ਵੈਲਿਊ ਪੁੱਟ ਕਰਤੀ ਹੈ। ਹੁਣ ਦੇਖੋ ਇੱਥੇ EC ਦੇ ਜਗ੍ਹਾ ਨਾਲ ਆਪਾਂ AM ਲਿਖ ਦਾਂਗੇ, ਉਹਦਾ ਮਤਲਬ ਕੀ ਹੈ? ਐਂਪਲੀਟਿਊਡ ਮੋਡੂਲੇਸ਼ਨ। ਆ EC ਜਿਹੜਾ ਉੱਧਰਲੇ ਪਾਸੇ ਜਾ ਕੇ ਪਲੱਸ ਹੋ ਗਿਆ, ਇੱਥੇ EM ਦੀ ਵੈਲਿਊ ਪੁੱਟ ਕਰਤੀ ਤਾਂ ਆਪਣੇ ਕੋਲ ਆਹ ਚੀਜ਼ ਆ ਗਈ। ਠੀਕ ਹੈ, ਹੁਣ ਕੀ ਕੀਤਾ ਆਪਾਂ? EC ਜਿਹੜਾ ਵਾ ਵਿੱਚੋਂ ਕਾਮਨ ਕੱਢ ਲਿਆ, ਇਹਨੂੰ ਬ੍ਰੈਕਟ ਪਾ ਦੋ। ਠੀਕ ਹੈ, ਤਾਂ ਆਪਣੇ ਕੋਲ ਆਹ ਚੀਜ਼ ਆ ਗਈ। ਹੁਣ ਆਪਾਂ ਇਹ 'ਚ ਜਿਹੜੀ ਵੈਲਿਊਜ਼ ਜਿਹੜੀਆਂ ਆਪਣੇ ਹੈਗੀਆਂ ਨੇ ਉਹ ਪੁੱਟ ਕਰ ਦੇਣੀਆਂ ਨੇ। ਦੇਖੋ ਹੁਣ AM ਐਂਪਲੀਟਿਊਡ ਮੋਡੂਲੇਸ਼ਨ ਕਿਹਦੇ ਬੰਦਾ? ET ਸਾਈਨ ਆਫ omega C into T। ET ਦੀ ਵੈਲਿਊ ਆਪਾਂ ਕੱਢ ਲਈ, ਆਹ ਵਾਲੀ ਪਈ ਹੈ, ਇਹ ਵੈਲਿਊ 'ਚ ਪੁੱਟ ਕਰ ਦੋ। ਆਹ ਜਿਹੜੀ ਵੈਲਿਊ ਹੈ ਇਹਨੂੰ ਆਪਾਂ MA ਲਿਖਤਾ, ਜਿਹੜੀ ਆਹ ਵੈਲਿਊ ਹੈ ਇਹਨੂੰ ਆਪਾਂ ਲਿਖਤਾ ਮੋਡੂਲੇਸ਼ਨ ਫੈਕਟਰ ਆਹ ਵਾਲਾ। ਠੀਕ ਹੈ, ਆਹ ਚੀਜ਼ ਲਿਖਤੀ ਤਾਂ ਆਪਣੇ ਕੋਲ EM ਜਿਹੜਾ ਆ ਜਾਊਗਾ ਮੋਡੂਲੇਸ਼ਨ ਦਾ ਰਿਜ਼ਲਟੈਂਟ ਮੋਡੂਲੇਟਡ ਵੇਵ ਦਾ ਐਂਪਲੀਟਿਊਡ ਮੋਡੂਲੇਸ਼ਨ ਦਾ, ਉਹ ਆ ਜਾਊਗਾ EC। ਇਹਨੂੰ ਆਪਾਂ ਅੰਦਰ ਮਲਟੀਪਲਾਈ ਕਰਾਂਗੇ ਸਾਈਨ omega T ਆ ਜਾਊਗਾ, ਫਿਰ ਇਹਨੂੰ ਮਲਟੀਪਲਾਈ ਕਰਾਂਗੇ ਆਪਣੇ ਕੋਲ ਆਹ ਚੀਜ਼ ਆ ਜਾਊ, ਆਹ ਚੀਜ਼ ਆ। ਇਹਦੇ ਤੇ ਆਪਾਂ ਫਾਰਮੂਲਾ ਲਾਉਣਾ। ਠੀਕ ਹੈ, CD ਫਾਰਮੂਲਾ ਦੇਖੋ ਕਿਵੇਂ, ਇਹਦੇ ਵਿੱਚ ਆ ਜਾਊਗਾ ਸਾਈਨ ਆਫ C ਸਾਈਨ ਆਫ D ਹੈ ਜਾਂ ਸਾਈਨ ਆਫ A ਸਾਈਨ ਆਫ B ਹੈ, ਤਾਂ ਆਪਾਂ ਨੂੰ C+D/2 C - D/2 ਆਪਾਂ ਫਾਰਮੂਲਾ ਤਾਂ ਇਹਦੇ ਤੇ। ਹੁਣ ਦੇਖੋ ਇਹਦੇ ਵਿੱਚ ਤਿੰਨ ਚੀਜ਼ਾਂ ਆ ਗਈਆਂ ਆਪਣੇ ਕੋਲ, ਇੱਕ ਤਾਂ ਆ ਗਈਆਂ ਆਪਣੇ ਕੋਲ ਆਹ ਵੇਵ, ਇਹਦਾ ਕੈਰੀਅਰ ਵੇਵ ਹੋ ਗਈ, ਆ ਕੀ ਹੋ ਗਿਆ? ਇੱਕ ਹੋਰ ਫ੍ਰੀਕੁਐਂਸੀ ਆ ਗਈ, ਇੱਕ ਆਪਣੇ ਕੋਲ ਆ ਗਈ। ਇਹਨੂੰ ਆਪਾਂ ਕਹਾਂਗੇ ਅਪਰ ਸਾਈਡ ਬੈਂਡ USB, ਇਹਨੂੰ ਆਪਾਂ ਕਹਾਂਗੇ LSB ਲੋਐਸਟ ਸਾਈਡ ਬੈਂਡ। ਠੀਕ ਹੈ, ਲੋਅਰ ਸਾਈਡ ਬੈਂਡ ਲਿਖ ਸਕਦੇ ਹਾਂ। ਠੀਕ ਹੈ, ਇਹਨੂੰ ਅਪਰ ਸਾਈਡ ਬੈਂਡ, ਅਪਰ ਸਾਈਡ ਬੈਂਡ ਜਿਹੜਾ ਪਲੱਸ ਵਾਲਾ, ਲੋਅਰ ਸਾਈਡ ਬੈਂਡ ਹੋ ਗਿਆ ਆਹ ਨਾਰਮਲ ਫ੍ਰੀਕੁਐਂਸੀ ਹੈਗੀ। ਇਹ 'ਚ ਤਿੰਨ ਕੇਸ ਹੋ ਗਏ। ਠੀਕ ਹੈ, ਆਹ ਦਾ ਕੈਰੀਅਰ ਵੇਵ ਦਾ ਹੋ ਗਿਆ, ਆਹ ਅਪਰ ਹੋ ਗਿਆ, ਆਹ ਲੋਅਰ ਹੋ ਗਿਆ। ਇਹ ਆਪਣੇ ਕੋਲ ਰਿਜ਼ਲਟੈਂਟ ਆ ਗਿਆ ਮੋਡੂਲੇਸ਼ਨ ਵੇਵ ਦਾ ਐਂਪਲੀਟਿਊਡ ਮੋਡੂਲੇਸ਼ਨ। ਠੀਕ ਹੈ ਜੀ, ਇਹਦੇ ਵਿੱਚ ਆਪ ਪੜ੍ਹ ਲਿਓ, ਤੁਹਾਨੂੰ ਦਿੱਤਾ ਹੈ USB ਤੇ LSB ਕੀ ਹੈ। ਇਹਨੂੰ ਆਪਾਂ ਬੈਂਡ ਵਿਡਥ ਕਹਿੰਦੇ ਹਾਂ, ਦੋਨਾਂ ਡਿਫਰੈਂਸ ਨੂੰ। omega C - omega ਨੂੰ ਬੈਂਡ ਵਿਡਥ। ਹੁਣ ਆਪਾਂ ਅੱਗੇ ਚੱਲਦੇ ਹਾਂ। ਅਗਲਾ ਨੈਕਸਟ ਹੈਗਾ ਆਪਣੇ ਕੋਲ ਐਂਪਲੀਟਿਊਡ ਮੋਡੂਲੇਸ਼ਨ ਦਾ। ਹੈਲੋ, ਅੱਗੇ ਹੈਗੇ ਨੈਕਸਟ ਆਪਣੇ ਕੋਲ ਆਰੇ ਬੌਂਡ ਬਣੇ ਹੋਏ ਨੇ। ਠੀਕ ਹੈ, ਕੋਈ ਆ ਗਿਆ ਸੀਗਾ, ਤੇ ਉਸ ਤੋਂ ਬਾਅਦ ਲੋਐਸਟ SB ਆ ਗਿਆ, ਅਪਰ SB ਆ ਗਿਆ। ਠੀਕ ਹੈ, ਅੱਗੇ ਵੇਵ ਫਾਰਮ ਨੇ। ਠੀਕ ਹੈ, ਇਹ ਕਰਨੀ ਹੈ ਕਰ ਲਿਓ।
ठीक है। ई सी इक्वल ई सी ई एम ਆਪਾਂ ਕੱਢਿਆ ਸੀਗਾ। ਇਦਾਂ ਹੀ ਲੋਐਸਟ ਬੋਟਮ ਤੇ ਅਪਰ ਬੋਟਮ ਦਾ ਕਿ ਲੋਐਸਟ ਬੋਟਮ ਦਾ ਆਪਾਂ ਮੈਨਸ ਦੇ ਵਿੱਚ ਲਿਖ ਦਾਂਗੇ। ਇਹਨੂੰ ਆਪਾਂ ਈ ਸੀ ਦੇ ਵਿੱਚ ਮੈਨਸ ਕਰ ਦਾਂਗੇ। ਈ ਮੈਕਸਿਮਮ ਮੈਨਸ ਈ ਸੀ ਇਕੜੂ ਆ ਜੋ ਕੇ ਏ ਐਮ ਆ ਜਾਊਗਾ। ਠੀਕ ਹੈ, ਓਕੇ ਜੀ। ਐਮ ਏ ਇਕੜੂ ਕੇ ਏ ਐਮ ਈ ਓਪਨ ਈ ਸੀ ਦੇ ਬਰਾਬਰ ਹੁੰਦਾ ਵਾ। ਠੀਕ ਹੈ, ਹੁਣ ਇਹ ਵੈਲਿਊ ਆਪਾਂ ਇੱਥੇ ਪੁੱਟ ਕਰ ਦੋ। ਐਮ ਏ ਦੀ ਵੈਲਿਊ ਕੱਢ ਲਓ ਇੱਥੋਂ, ਆਹ ਚੀਜ਼ ਨੀਚੇ ਚਲ ਜੂਗੀ। ਇੱਥੋਂ ਐਮ ਏ ਆ ਗਿਆ। ਇੱਦਾਂ ਹੀ ਮਿਨੀਮਮ ਦੇ ਵਿੱਚ ਕੱਢ ਲਾਂਗੇ ਈ ਸੀ ਮੈਨਸ ਈ ਮਿਨੀਮਮ ਇਕੜੂ ਕੇ ਏ ਈ ਐਮ ਆ ਜਾਊਗਾ। ਇਹਨੂੰ ਐਮ ਏ ਕੇ ਏ ਸੀ ਲਿਖ ਦਾਂਗੇ। ਇੱਥੋਂ ਐਮ ਏ ਦੀ ਵੈਲਿਊ, ਇਹ ਵੀ ਐਮ ਏ ਦੀ ਵੈਲਿਊ ਆ ਗਈ, ਇਹ ਵੀ ਐਮ ਏ ਦੀ ਵੈਲਿਊ, ਦੋਨਾਂ ਨੂੰ ਬਰਾਬਰ ਰੱਖ ਦੇਣਾ। ਆਹ ਚੀਜ਼ ਤੁਹਾਨੂੰ ਮੈਂ ਪਹਿਲਾਂ ਸਮਝਾਈ ਹੋਈ ਹੈ ਵੀ ਕੀ ਚੀਜ਼ ਆਹ ਵਾ ਇਨਵੈਲਪ। ਆਹ ਮਿਨੀਮਮ ਆ, ਆਹ ਕੈਰੀਅਰ ਵੇਵ ਆ ਇੱਥੇ ਤੱਕ, ਤੇ ਆਹ ਆਪਣੇ ਕੋਲ ਈ ਮੈਕਸਿਮਮ ਆ। ਠੀਕ ਹੈ, ਉਸ ਤੋਂ ਬਾਅਦ ਉਹਨੇ ਐਮ ਏ ਦੋਨੇ ਬਰਾਬਰ ਰੱਖ ਲਏ ਤਾਂ ਆਪਣੇ ਕੋਲ ਆਹ ਰਿਜ਼ਲਟੈਂਟ ਆ ਜਾਊਗਾ। ਐਮ ਏ ਇਜ਼ ਇਕੁਅਲ ਟੂ ਜਾਂ ਆਪਣਾ ਦੋਨੇ ਬਰਾਬਰ ਰੱਖ ਕੇ ਆਪਾਂ ਈ ਸੀ ਦੀ ਵੈਲਿਊ ਕੱਢ ਲਈ। ਈ ਸੀ ਦੀ ਵੈਲਿਊ ਚ ਪੁੱਟ ਕਰ ਤੋਂ ਐਮ ਏ ਦੀ ਕਿਸੇ ਦੇ ਵਿੱਚ, ਚਾਹੇ ਉੱਪਰ ਵਾਲੇ ਜਾਂ ਨੀਚੇ ਵਾਲੇ ਚ, ਤਾਂ ਐਮ ਏ ਦੀ ਵੈਲਿਊ ਆ ਜਾਊਗੀ ਦਿਸ ਵਨ। ਇਹ ਆਪਾਂ ਕੱਢ ਲਈ ਮੋਡੂਲੇਸ਼ਨ ਫੈਕਟਰ। ਠੀਕ ਹੈ ਜੀ। ਅੱਗੇ ਹੈਗਾ ਅਗਲਾ ਆਰਟੀਕਲ ਹੈਗਾ ਵਾ ਪਾਵਰ ਇਨ ਏ ਐਮ ਵੇਵਸ। ਐਂਪਲੀਟਿਊਡ ਮੋਡੂਲੇਸ਼ਨ ਦੇ ਵਿੱਚ ਪਾਵਰ ਕੀ ਹੁੰਦੀ ਹੈ। ਹੁਣ ਪਾਵਰ ਦਾ ਇੱਕ ਧਿਆਨ ਰੱਖਣਾ, ਇਹ ਚ 3 ਬੈਂਡ ਬਣੇ ਸੀ ਆਪਣੇ ਕੋਲ। ਇੱਕ ਕੈਰੀਅਰ ਵੇਵ ਬਣੀ ਸੀ, ਇੱਕ ਮੋਡੂਲੇਟਰ ਲੋਅਰ ਸਾਈਡ ਬੈਂਡ ਬਣਿਆ ਸੀ, ਇੱਕ ਅਪਰ ਸਾਈਡ ਬੈਂਡ ਬਣਿਆ ਸੀ। ਹੁਣ ਆਪਾਂ ਉਹ ਚੀਜ਼ ਨੂੰ ਇੱਕ ਵਾਰ ਦੇਖ ਲਈਏ, ਤੁਹਾਨੂੰ ਦਿਖਾਉਣਾ। ਦੇਖੋ ਇਹਨੇ ਮੂਰਲੀ ਚੀਜ਼ ਲੈ ਲੈਣੀ ਆਪਾਂ ਨੇ, ਈ ਸੀ ਡਿਵਾਈਡ ਬਾਈ 2 ਇੰਟੂ ਅੰਡਰ ਰੂਟ, ਇੱਦਾਂ ਹੀ ਆਹ ਚੀਜ਼। ਠੀਕ ਹੈ, 2 ਇੰਟੂ ਅੰਡਰ ਰੂਟ। ਇਹ ਤੁਸੀਂ ਪਹਿਲਾਂ ਆਪਾਂ ਜਿਹੜਾ ਆਪਾਂ ਫੋਰੀਅਰ ਸੀਰੀਜ਼ ਆ ਉਹਦੇ ਵਿੱਚ ਕੀਤਾ ਹੈ ਫਿਲਟਰ ਸਰਕਟ ਦੇ ਵਿੱਚ। ਠੀਕ ਹੈ, ਦੇਖੋ ਹੁਣ ਇਹਨਾਂ ਦੇ ਆ ਗਿਆ ਈ ਸੀ ਡਿਵਾਈਡ ਬਾਈ 2 ਅੰਡਰ ਰੂਟ ਐਮ ਏ ਈ ਸੀ ਇੰਟੂ 2 ਇੰਟੂ ਅੰਡਰ, ਸਾਰਾ 2 ਅੰਡਰ ਰੂਟ ਡਿਵਾਈਡ ਕਰ ਦੇਣਾ। ਐਮ ਏ ਈ ਸੀ ਅਪੋਨ 2 ਇੰਟੂ 2 ਅੰਡਰ। ਤਾਂ ਪਾਵਰ ਕਿਹਦੇ ਬਰਾਬਰ ਕੀ? ਪਾਵਰ ਆਫ ਦਾ ਕੈਰੀਅਰ ਵੇਵ, ਪਾਵਰ ਆਫ ਦਾ ਲੋਅਸਟ ਸਾਈਡ ਬੈਂਡ, ਪਾਵਰ ਆਫ ਦਾ ਜੋ ਆਪਾਂ ਟੋਟਲ ਪਾਵਰ ਕੱਟਣੀ ਹੈ ਤਿੰਨਾਂ ਦੀ ਪਾਵਰ ਹੋਗੀ। ਠੀਕ ਹੈ, ਹੁਣ ਆਪਾਂ ਇਹਨੂੰ ਆਪਾਂ ਕੱਟਣ ਲਈ ਅੱਗੇ ਕਰਾਂਗੇ। ਇਹਨਾਂ ਦੀ ਪਾਵਰ ਦੀ ਵੈਲਿਊ ਪੁੱਟ ਕਰਨੀ ਹੈ। ਪਾਵਰ ਦਾ ਫਾਰਮੂਲਾ ਹੁੰਦਾ ਵਾ V ਸਕੁਅਰ ਅਪੋਨ R। ਤਾਂ ਆਪਾਂ ਇਹਨੂੰ V ਆਪਣੇ ਕੋਲ ਕੱਢੀ ਹੋਈ ਹੈ, ਪਾਵਰ ਦਾ ਫਾਰਮੂਲਾ ਪਤਾ ਹੀ ਨਾ V ਸਕੁਅਰ ਅਪੋਨ R। ਤਾਂ V ਆਪਾਂ ਹੁਣ ਜਿਹੜੀ ਆਪਾਂ ਲਿਖੀ ਨੇ ਤਿੰਨੀ ਆ ਦੇਖੋ ਲਾਸਟ ਪੇਜ ਤੇ ਆਹ ਵਾਲੀਆਂ, ਆਹ V ਨੇ ਵੋਲਟੇਜ। ਠੀਕ ਹੈ, ਅਪੋਨ R ਨੂੰ ਡਿਵਾਈਡ ਕਰ ਦੇਣਾ ਇਹਨੂੰ ਸਕੇਅਰ ਕਰਕੇ ਆਪਣੇ ਕੋਲ ਆ ਗਿਆ ਪਲੱਸ ਲੋਅਰ ਸਾਈਡ ਬੈਂਡ ਦੇ P ਸਕੁਅਰ ਅਪੋਨ R ਆਏਗਾ, ਅਪਰ ਸਾਈਡ ਬੈਂਡ ਦੇ ਦੋਨੋਂ ਹੀ ਪਾਵਰ ਵੈਲਿਊ ਪੁੱਟ ਕਰਤੀ। ਹੁਣ ਆਪਾਂ ਇਹਨੂੰ ਸੋਲਵ ਕਰ ਲਿਆ। ਸੋਲਵ ਕਰ PT ਦੀ ਵੈਲਿਊ ਆਪਣੇ ਕੋਲ ਆ ਚੀਜ਼ ਆ ਗਈ, ਇਹ ਚੋਂ ਕਾਮਨ ਕੱਢ ਲਿਆ। ਕਾਮਨ ਕਰਕੇ ਆਪਣੇ ਕੋਲ MA ਰਹਿ ਗਿਆ ਇਕੱਲਾ। ਠੀਕ ਹੈ, ਇਹ ਜਿਹੜੀ ਇਹ ਕੀ ਪਾਵਰ ਆ ਗਈ? ਪਾਵਰ ਆਫ ਦਾ ਕੈਰੀ ਵੇਵ ਆ ਗਈ। ਤਾਂ ਪਾਵਰ ਆਫ ਟਰਾਂਸਮਿਟ ਵੇਵ ਡਿਵਾਈਡ ਬਾਈ ਕੈਰੀ ਵੇਵ, ਟੋਟਲ ਪਾਵਰ ਡਿਵਾਈਡ ਬਾਈ ਪਾਵਰ ਆਫ ਕੈਰੀ ਵੇਵ ਇਜ਼ ਇਕੁਅਲ ਟੂ 1 ਪਲੱਸ MA ਡਿਵਾਈਡ ਬਾਈ 2। ਹੁਣ ਇੱਥੋਂ ਪਤਾ ਲੱਗ ਜਾਂਦਾ ਵਾ ਵੀ ਜੇ MA ਦੀ ਵੈਲਿਊ 1 ਆ, ਠੀਕ ਹੈ, ਤਾਂ 1/2 ਦਾ 1.5 ਆ ਜੂਗੀ। ਜੇ MA ਦੀ ਵੈਲਿਊ 1 ਆ ਤਾਂ ਪਾਵਰ ਜਿਹੜੀ ਟੋਟਲ ਪਾਵਰ ਆ 1.5 ਆਫ ਦਾ ਕੈਰੀ ਵੇਵ ਦੇਵਾਂਗੇ। ਠੀਕ ਹੈ, ਇੱਦਾਂ ਹੀ ਕਲੀਅਰ ਡੈਟ ਕਹਿੰਦਾ ਵੀ LSB ਤੇ USB ਦੀ ਵੈਲਿਊ ਵੀ ਆ ਜੂਗੀ ਜੇ MA ਦੀ ਵੈਲਿਊ ਆਪਾਂ 1 ਪੁੱਟ ਕਰਦੇ ਹਾਂ। ਠੀਕ ਹੈ, ਤਾਂ ਆਪਾਂ ਪਿੱਛੋਂ ਕੱਢ ਕੇ ਆਪਣਾ ਜਿਹੜੀ ਉਹ MA ਡਿਵਾਈਡ ਬਾਈ 4 ਇੰਟੂ ਪਾਵਰ ਆਫ ਕੈਰੀ ਵੇਵ ਦੇ ਬਰਾਬਰ ਆ ਜੂਗੀ। ਇੱਦਾਂ ਹੀ ਦੋਨਾਂ ਨੂੰ ਪਲੱਸ ਕਰਕੇ ਵੀ ਆਪਾਂ MA ਡਿਵਾਈਡ ਬਾਈ 2 ਆ ਜੂਗਾ ਇੰਟੂ ਪਾਵਰ ਆਫ ਦਾ ਕੈਰੀ ਵੇਵ ਆ ਜੂਗੀ। ਠੀਕ ਹੈ ਜੀ, ਇਹ ਬਸ ਇੱਥੇ ਤੱਕ ਕਰਨਾ ਸੀਗਾ ਤੇ ਆਹ ਕਰਨ ਦੀ ਲੋੜ ਨਹੀਂ। ਠੀਕ ਹੈ, ਹੁਣ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਜਨਰੇਸ਼ਨ ਆਫ ਐਂਪਲੀਟਿਊਡ ਮੋਡੂਲੇਸ਼ਨ ਵੇਵ, ਇਹਨੂੰ ਜਨਰੇਟ ਕਿਵੇਂ ਕਰਦੇ ਹਾਂ? ਇਹ ਲਈ ਆ ਸਰਕਟ ਡਾਇਗਰਾਮ ਜੋ ਇਹ 'ਚ ਲਿਖਿਆ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ। ਇਹਦੇ ਵਿੱਚ ਆਹ ਚੀਜ਼ਾਂ ਨੇ। ਇੱਕ ਤਾਂ ਮੋਡੂਲੇਟਿੰਗ ਸਿਗਨਲ ਹੁੰਦਾ, ਜਿਹੜਾ ਆਪਾਂ ਸਿਗਨਲ ਮੋਡੀਫਾਈ ਕਰਨਾ, ਆਵਾਜ਼ ਮੈਂ ਮੋਡੀਫਾਈ ਕਰਨੀ ਹੈ, ਉਸ ਤੋਂ ਬਾਅਦ ਇੱਕ ਪਾਵਰ ਐਂਪਲੀਫਾਇਰ ਲੱਗਿਆ ਹੁੰਦਾ। ਜੇ ਹੁਣ ਮੈਂ ਕਹਾਂ ਵੀ ਮੈਂ ਬੋਲ ਰਿਹਾ, ਮੈਂ ਸਾਹਮਣੇ ਸਰਕਟ ਰੱਖ ਦੇਵਾਂ, ਇੱਕ ਐਂਟੀਨਾ ਲਾ ਦੇਵਾਂ, ਉਹ ਉੱਪਰ ਤੁਹਾਡੇ ਕੋਲ ਟਰਾਂਸਮਿਟ ਹੋ ਜਾਊਗਾ? ਨਹੀਂ ਹੋਊਗਾ। ਪਹਿਲਾਂ ਮੈਂ ਬੋਲੂੰਗਾ, ਉਹ ਮੇਰੇ ਲੈਪਟਾਪ ਜਾਂ ਮੋਬਾਈਲ ਦੇ ਵਿੱਚ ਜਾਊਗਾ। ਉਸ ਤੋਂ ਬਾਅਦ ਉਹ 'ਚ ਐਂਪਲੀਫਾਇਰ ਲੱਗੇ ਹੋਏ ਨੇ ਜਿਹੜੇ ਆਵਾਜ਼ ਨੂੰ ਐਂਪਲੀਫਾਈ ਕਰਦੇ ਨੇ, ਪਾਵਰ ਐਂਪਲੀਫਾਇਰ ਤੋਂ ਬਾਅਦ ਕੋਇਲਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਉਹਨੂੰ ਟਰਾਂਸਮਿਟ ਕਰਦੀਆਂ ਨੇ। ਠੀਕ ਹੈ, ਉਹਨੂੰ ਕੰਬਾਈਨ ਕਰਦੀਆਂ ਨੇ, ਉਹਨੂੰ ਨਾਲ ਵੋਲਟੇਜ ਦਿੱਤੀ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਇੱਕ ਸਾਈਡ ਤੋਂ ਰੇਡੀਓ ਫ੍ਰੀਕੁਐਂਸੀ ਡਰਾਈਵ ਹੁੰਦਾ। ਠੀਕ ਹੈ, ਜਿਹੜਾ ਰੇਡੀਓ ਫ੍ਰੀਕੁਐਂਸੀ ਜਿਹੜੀ ਹਾਈ ਫ੍ਰੀਕੁਐਂਸੀ ਜਿਹੜੀ ਰੇਡੀਏਸ਼ਨ ਆਪਣੀਆਂ ਵੇਵਸ ਨੇ ਟਰਾਂਸਮਿਟ ਕਰਦਾ, ਉਹਦੇ ਨਾਲ ਇੱਕ ਕਾਮਨ ਐਮਿਟਰ ਟਰਾਂਜ਼ਿਸਟਰ ਲੱਗਿਆ ਹੁੰਦਾ। ਜਿਹੜਾ ਉਸ ਤੋਂ ਬਾਅਦ ਇੱਥੇ ਇੱਕ ਔਸੀਲੇਟਰ ਸਰਕਟ ਲੱਗਿਆ ਹੁੰਦਾ ਜਿਹਨਾਂ ਦੋਨਾਂ ਨੂੰ ਕੰਬਾਈਨ ਕਰਦਾ। ਠੀਕ ਹੈ, ਕੰਬਾਈਨ ਕਰਕੇ ਇਹਨੂੰ ਸੁਪਰਇੰਪੋਜ਼ ਕਰਦਾ। ਉਸ ਤੋਂ ਬਾਅਦ ਜਿਹੜੀ ਮੋਡੂਲੇਟਡ RF ਆਊਟਪੁੱਟ ਵੋਲਟੇਜ ਇੱਥੇ ਆਉਂਦੀ ਹੈ ਆਹ ਟਰਾਂਸਫਾਰਮਰ ਤੋਂ ਬਾਹਰ। ਇੱਦਾਂ ਹੀ ਜਿਹੜੀ RF ਬਾਈਪਾਸ ਕੈਪੈਸਿਟਰ ਲੱਗਿਆ ਹੈ ਤਾਂ ਕਿ ਜਿਹੜੀ ਲਾਸ ਨਾ ਹੋਵੇ। ਠੀਕ ਹੈ, ਉਹਨੂੰ ਬਾਈਪਾਸ ਕਰਨੀ। ਠੀਕ ਹੈ, ਆਹ ਔਸੀਲੇਟਰ ਸਰਕਟ ਲੱਗਿਆ ਹੈ। ਇਸ ਤਰ੍ਹਾਂ ਇਹ ਜਿਹੜਾ ਇਨਪੁਟ ਸਿਗਨਲ ਦਿੱਤਾ ਉਹਨੂੰ ਐਂਪਲੀਫਾਈ ਕੀਤਾ। ਐਂਪਲੀਫਾਈ ਤੋਂ ਬਾਅਦ ਟਰਾਂਸਮਿਟਰ ਲੱਗਿਆ ਹੈ। ਠੀਕ ਹੈ, ਉਹਨੂੰ V ਵੋਲਟੇਜ ਦੇਤੀ। ਠੀਕ ਹੈ, ਇੱਧਰੋਂ ਰੇਡੀਓ ਫ੍ਰੀਕੁਐਂਸੀ ਦੇਤੀ, ਰੇਡੀਓ ਫ੍ਰੀਕੁਐਂਸੀ ਕਾਮਨ ਐਮਿਟਰ ਐਂਪਲੀਫਾਇਰ ਲਾਇਆ ਤਾ, ਉਹਨੂੰ ਰੇਡੀਓ ਫ੍ਰੀਕੁਐਂਸੀ ਐਂਪਲੀਫਾਈ ਕਰਤਾ। ਉੱਪਰ ਬਾਅਦ ਇਸ ਤੋਂ ਬਾਅਦ ਸੁਪਰ ਇੰਪੋਜ਼ ਹੋ ਗਈਆਂ। ਸੁਪਰ ਇੰਪੋਜ਼ ਤੋਂ ਬਾਅਦ ਇਹਨੇ ਟਰਾਂਸਫਾਰਮਰ ਲਾ ਕੇ
ਠੀਕ ਹੈ। ਇੰਡਕਟਰ ਲਾ ਕੇ ਉਹਨੂੰ ਆਪਾਂ ਨੇ RF ਆਊਟਪੁੱਟ ਵੋਲਟੇਜ ਲੈਣੀ, ਠੀਕ ਹੈ। ਇਹ ਸੀਗਾ ਆਪਣੇ ਕੋਲ ਐਂਪਲੀਟਿਊਡ ਮੋਡੂਲੇਸ਼ਨ ਜਿਹੜੀ ਵੇਵਸ ਨੇ ਉਹਨਾਂ ਨੂੰ ਜਨਰੇਟ ਕਿਵੇਂ ਕੀਤਾ ਜਾਂਦਾ ਹੈ। ਇਹ ਸਾਰਾ ਕੁਝ ਥਿਊਰੀ 'ਚ ਲਿਖਿਆ ਹੈ। ਫ੍ਰੀਕੁਐਂਸੀ ਮੋਡੂਲੇਸ਼ਨ ਆਪਾਂ ਕਰਨਾ ਨਹੀਂ ਹੈਗਾ। ਅੱਗੇ ਦੂਸਰੀ ਵਾਰ ਫੇਸ ਮੋਡੂਲੇਸ਼ਨ ਵੀ ਆਪਾਂ ਨਹੀਂ ਕਰਨਾ, ਠੀਕ ਹੈ। ਫੇਸ ਮੋਡੂਲੇਸ਼ਨ ਦੀ ਡੈਫੀਨੇਸ਼ਨ ਤੁਹਾਨੂੰ ਮੈਂ ਦੱਸ ਦਿੰਦਾ। ਜਿਹੜਾ ਫੇਸ ਆ ਉਹ ਵੇਰੀ ਕਰਦਾ ਅਕੋਰਡਿੰਗ ਟੂ ਦਾ ਸਿਗਨਲ ਸਟਰੈਂਥ, ਠੀਕ ਹੈ। ਉਹਨੂੰ ਆਪਾਂ ਕਹਿੰਦੇ ਆ ਫੇਸ ਮੋਡੂਲੇਸ਼ਨ। ਅੱਗੇ ਡੀ ਮੋਡੂਲੇਸ਼ਨ ਐਂਡ ਡਿਟੈਕਸ਼ਨ। ਡੀ ਮੋਡੂਲੇਸ਼ਨ ਡਿਟੈਕਸ਼ਨ ਬਹੁਤ ਸੌਖਾ। ਇਹਦੇ 'ਚ ਕੀ ਹੈ, ਸਿੰਪਲ ਜਿਹਾ ਕੰਮ ਆ। ਆਹੀ ਤੁਹਾਨੂੰ ਸਾਰਾ ਦੱਸਿਆ। ਡਾਇਓਡ ਡਿਟੈਕਟਰ ਬਾਰੇ ਪੜ੍ਹਨਾ ਆਪਾਂ ਨੇ, ਸਿਰਫ ਥਿਊਰੀ ਓ ਪੜ੍ਹਨੀ ਹੈ ਇਹਦੀ, ਹੋਰ ਕੁਝ ਨਹੀਂ ਕਰਨਾ ਹੈਗਾ। ਇਹਦੇ 'ਚ ਕੀ ਇੱਕ ਸਿਲੈਕਟਰ ਸਰਕਟ ਲੱਗਿਆ ਹੁੰਦਾ, ਜਿਵੇਂ ਆਪਾਂ ਜਿਵੇਂ ਰੇਡੀਓ ਹੁੰਦਾ ਉਹਦੇ 'ਤੇ ਇੱਕ ਲੱਗਿਆ ਹੁੰਦਾ ਨਾ ਉੱਪਰ ਸਟੇਸ਼ਨ ਸਿਲੈਕਟ ਕਰਨ ਲਈ, ਉਹਨੂੰ ਆਪਾਂ ਸਿਲੈਕਟਰ ਸਰਕਟ ਕਹਿੰਦੇ ਹਾਂ, ਫ੍ਰੀਕੁਐਂਸੀ ਸਿਲੈਕਟ ਕਰਨ ਲਈ। ਉਸ ਤੋਂ ਬਾਅਦ ਵੇਰੀਏਬਲ ਇੱਕ ਕਪੈਸਿਟਰ ਲੱਗਿਆ ਹੁੰਦਾ, ਇਹ ਟਰਾਂਸਫਾਰਮਰ ਦੇ ਤੌਰ 'ਤੇ ਕੰਮ ਕਰਦਾ। ਉਸ ਤੋਂ ਬਾਅਦ ਇੱਕ ਰੈਕਟੀਫਾਇਰ ਲੱਗਿਆ ਹੁੰਦਾ, ਠੀਕ ਹੈ। ਰੈਕਟੀਫਾਇਰ ਤੋਂ ਬਾਅਦ ਇੱਕ ਫਿਲਟਰ ਲੱਗਿਆ ਹੁੰਦਾ, ਫਿਲਟਰ ਤੋਂ ਬਾਅਦ ਆਪਾਂ ਨੂੰ ਆਊਟਪੁੱਟ ਸਪੀਕਰ ਤੋਂ ਮਿਲਦੀ ਹੈ। ਹੁਣ ਕਰਨਾ ਕੀ ਹੈ, ਜਿਹੜੀ ਇਨਪੁੱਟ ਸਿਗਨਲ ਆਇਆ ਪੋਜ਼ਿਟਿਵ ਹਾਫ ਸਾਈਡ ਨੈਗੇਟਿਵ ਹਾਫ ਸਾਈਡ, ਜਿਹੜਾ ਰੈਕਟੀਫਾਇਰ ਉਹਨੇ ਨੈਗੇਟਿਵ ਹਾਫ ਸਰਕਲ ਕੰਪਲੀਟ ਕਰ ਦੇਣਾ, ਡਿਲੀਟ ਕਰ ਦੇਣਾ, ਕਿਉਂਕਿ ਹਾਫ ਵੇਵ ਰੈਕਟੀਫਾਇਰ ਹੈ। ਨੈਗੇਟਿਵ ਚੱਕਤਾ ਤਾਂ ਆਪਣੇ ਕੋਲ ਇਕੱਲਾ ਪੋਜ਼ਿਟਿਵ ਰਹਿ ਗਿਆ। ਹੁਣ ਪੋਜ਼ਿਟਿਵ ਦੇ ਵਿੱਚ ਜਿਹੜਾ ਆ ਵਿੱਚ ਡਿਸਟੋਰਸ਼ਨ ਹੈ, ਇਹਦੇ ਲਈ ਆਪਾਂ ਫਿਲਟਰ ਸਰਕਟ ਯੂਜ਼ ਕਰਦੇ ਹੁੰਦੇ ਹਾਂ। ਲਾਸਟ ਟਾਈਮ ਆਪਾਂ ਕੀਤਾ ਸੀਗਾ, ਤਾਂ ਇਹਦੇ 'ਚ ਫਿਲਟਰ ਸਰਕਟ ਲਾਤਾ ਆਪਾਂ ਨੇ, ਕਪੈਸਿਟਰ ਫਿਲਟਰ। ਤਾਂ ਕਪੈਸਿਟਰ ਨੇ ਵਿੱਚ ਵਾਲੀ ਚੀਜ਼ ਚੱਕਤੀ, ਤਾਂ ਆਪਣੇ ਕੋਲ ਕੀ ਰਿਜ਼ਲਟ ਨਹੀਂ ਰਿਹਾ, ਇਕੱਲਾ ਸਿਗਨਲ ਰਹਿ ਗਿਆ, ਠੀਕ ਹੈ। ਇਸ ਤਰ੍ਹਾਂ ਆਪਾਂ ਇਹਨੂੰ ਕਹਿੰਦੇ ਹਾਂ ਡਾਇਓਡ ਡਿਟੈਕਟਰ। ਇਹਨਾਂ ਨੂੰ ਆਪਾਂ ਜਿਹੜੇ ਆਪਣੇ ਐਂਪਲੀਟਿਊਡ ਮੋਡੂਲੇਸ਼ਨਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਡੀ ਮੋਡੂਲੇਸ਼ਨ ਕਰ ਸਕਦੇ ਹਾਂ, ਜਿਹੜਾ ਡਿਟੈਕਟ ਕਰ ਸਕਦੇ ਹਾਂ। ਇਹਨਾਂ ਥੋੜਾ ਜਿਹੜਾ ਲਾਸਟ ਚੈਪਟਰ ਹੈ ਉਹ ਵੀ ਕੰਪਲੀਟ ਹੋ ਗਿਆ, ਠੀਕ ਹੈ ਜੀ। ਤੇ ਜੇ ਕੋਈ ਪ੍ਰੋਬਲਮਸ ਹੋਊਗੀ ਤਾਂ ਆਪਾਂ ਉਹ ਜ਼ੂਮ ਐਪ ਤੇ ਮੀਟਿੰਗ ਕਰਾਂਗੇ, ਠੀਕ ਹੈ। ਉਹਦੇ ਵਿੱਚ ਆਪਾਂ ਕਰਾਂਗੇ ਡਿਸਕਸ਼ਨ। ਧੰਨਵਾਦ।